Hello students, how are you? So I welcome all of you in this +1 class after a long wait. So I am Paramjot Singh, your English teacher. Let's start. So ਅੱਜ ਦਾ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਬੱਚਿਆਂ ਦੀ ਸਟੱਡੀਜ਼ ਨੂੰ ਲੈ ਕੇ ਕਈ ਵਾਰ ਬਾਇਸ ਵਤੀਰਾ ਅਪਣਾ ਲੈਂਦੇ ਹਨ। ਬਾਇਸ ਹੁੰਦਾ ਪੱਖਪਾਤ ਵਾਲਾ कि लड़का है चलो ये 10th तो बाद पढ़ेगा, लड़की है नहीं 10th तक ही कराना सी बस इस तो बाद नहीं कराना। सो इस तरह का ही वतीरा बायस वतीरा साडे समाज विच भी फैलिया होया है। सो आओ सुधा मूर्ति द्वारा लिखिया गया यह आर्टिकल आपां पढ़ीए जिहदे विच उन्हां ने अपने एक्सपीरियंस दस्से हन कि जदों मेरे नाल इस तरह का वतीरा किया गया तो मैं उसका जवाब किस तरह दिता। सो आ जाओ पढ़िए लेसन फर्स्ट, जेंडर बायस। सुधा मूर्ति 1950। सुधा मूर्ति जो कि 1950 विच जन्मी इज़ अ वेल नोन सोशल वर्कर एंड ऑथर। एक बहुत विख्यात समाज सेविका अते लेखक है। शी इज़ रिनाउंड फॉर हर नोबल मिशन ऑफ प्रोवाइडिंग कंप्यूटर एंड लाइब्रेरी फैसिलिटीज इन ऑल गवर्नमेंट स्कूल्स ऑफ करनाटका। ओह करनाटका दे स्कूलों दे विच कंप्यूटर अते लाइब्रेरी दियां सुविधावां प्रोवाइड कराने दे एक नेक मिशन करके जानी जाती है। हर स्टोरीज डील विद लाइव्स ऑफ कॉमन पीपल एंड सोशल इशूज। ਜਿਹੜੀਆਂ ਉਹ ਸਟੋਰੀਜ਼ ਲਿਖਦੀ ਹੈ ਉਹ ਆਮ ਲੋਕਾਂ ਦੇ ਨਾਲ ਤੇ ਸਮਾਜਿਕ ਮੁੱਦਿਆਂ ਦੇ ਨਾਲ ਸੰਬੰਧਿਤ ਹੁੰਦੀਆਂ ਹਨ। ਆਫਟਰ ਅ ਡਿਗਰੀ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਫਰੋਮ ਹੁਬਲੀ ਕੈਲਕਟਾ ਦੀ ਇੱਕ ਪਲੇਸ ਹੈ। ਹੁਬਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਸੁਧਾ ਮੂਰਤੀ went on to do an M.Tech in computer science from Indian Institute of Science Bangalore। ਉਹ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਸੁਧਾ ਮੂਰਤੀ ਬੈਂਗਲੋਰ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵਿੱਚ ਕੰਪਿਊਟਰ ਸਾਇੰਸ ਦੀ M.Tech ਕਰਨ ਲਈ ਗਈ। In 2006 she was awarded the Padma Shri। 2006 ਵਿੱਚ ਉਹਨਾਂ ਨੂੰ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ। She is chairperson of Infosys Foundation and has successfully implemented various projects relating to poverty alleviation, education and health। ਉਹ Infosys Foundation ਵਿੱਚ chairperson ਵੀ ਸੀ ਅਤੇ ਉਹਨਾਂ ਨੇ ਕਈ ਪ੍ਰੋਜੈਕਟ ਇੰਪਲੀਮੈਂਟ ਕੀਤੇ यानी लागू ਕੀਤੇ। ਉਹ ਪ੍ਰੋਜੈਕਟ ਕਿਹੜੇ ਸੀ ਜਿਹੜੇ ਕਿ ਪਾਵਰਟੀ ਐਲੀਵੀਏਸ਼ਨ ਨਾਲ ਸੰਬੰਧ ਰੱਖਦੇ ਸੀ। ਸ਼ੀ ਇਜ਼ ਚੇਅਰਪਰਸਨ ਆਫ ਇਨਫੋਸਿਸ ਫਾਊਂਡੇਸ਼ਨ। ਉਹ ਇਨਫੋਸਿਸ ਫਾਊਂਡੇਸ਼ਨ ਦੀ ਚੇਅਰਪਰਸਨ ਹੈ ਐਂਡ ਹੈਜ਼ ਸਕਸੈਸਫੁਲੀ ਇੰਪਲੀਮੈਂਟਡ ਵੇਰੀਅਸ ਪ੍ਰੋਜੈਕਟਸ ਅਤੇ ਉਸਨੇ ਸਫਲਤਾਪੂਰਵਕ ਕਈ ਪ੍ਰੋਜੈਕਟ ਲਾਗੂ ਕੀਤੇ। ਉਹ ਪ੍ਰੋਜੈਕਟ ਕਿਹਦੇ ਨਾਲ ਸੰਬੰਧ ਰੱਖਦੇ ਸੀ? ਰਿਲੇਟਿੰਗ ਟੂ ਪਾਵਰਟੀ ਅਲੀਵੀਏਸ਼ਨ, ਕਿ ਜਿਹਦੇ ਨਾਲ ਪਾਵਰਟੀ ਕੀ ਹੁੰਦੀ ਹੈ? ਗਰੀਬੀ 'ਚ ਕਮੀ ਆਵੇ। ਹੋਰ ਕੀ ਸੀ? ਐਜੂਕੇਸ਼ਨ ਐਂਡ ਹੈਲਥ। ਤੇ ਉਹ ਪ੍ਰੋਜੈਕਟ ਹੋਰ ਕਿਹਦੇ ਨਾਲ ਸੰਬੰਧਿਤ ਸਨ? ਸਿੱਖਿਆ ਅਤੇ ਸਿਹਤ ਨਾਲ। ਦਿਸ ਐਸੇ ਇਜ਼ ਐਨ ਐਕਸਟ੍ਰੈਕਟ ਫਰੋਮ ਦ ਕਲੈਕਸ਼ਨ ਆਫ ਸਟੋਰੀਜ਼ ਹਾਊ ਆਈ ਟੌਟ ਮਾਈ ਗ੍ਰੈਂਡਮਦਰ ਟੂ ਰੀਡ। ਇਹ ਲੇਖ ਅੰਸ਼ ਇੱਕ ਕਹਾਣੀ ਸੰਗ੍ਰਹਿ ਦੀ ਕਿਤਾਬ ਹਾਊ ਆਈ ਟੌਟ ਮਾਈ ਗ੍ਰੈਂਡਮਦਰ ਟੂ ਰੀਡ ਵਿੱਚੋਂ ਲਿਆ ਗਿਆ ਹੈ। ਦ ਬੁੱਕ ਇਜ਼ ਅ ਕਲੈਕਸ਼ਨ ਆਫ 25 ਹਾਰਟ ਵਾਰਮਿੰਗ ਸਟੋਰੀਜ਼। ਇਹ ਕਿਤਾਬ ਦਿਲ ਨੂੰ ਸਕੂਨ ਪਹੁੰਚਾਉਣ ਵਾਲੀਆਂ 25 ਕਹਾਣੀਆਂ ਦਾ ਸੰਗ੍ਰਹਿ ਹੈ ਫਰੋਮ ਦ ਲਾਈਫ ਆਫ ਦ ਆਥਰ ਸੁਧਾ ਮੂਰਤੀ, ਜੋ ਜਿਹੜੀਆਂ ਕਿ ਸੁਧਾ ਮੂਰਤੀ ਦੀ ਲਾਈਫ ਦੇ ਨਾਲ ਸੰਬੰਧਿਤ ਹਨ। ਇਨ ਦਿਸ ਪਾਰਟਿਕੂਲਰ ਐਸੇ, ਇਸ ਖਾਸ ਐਸੇ ਵਿੱਚ ਯਾਨੀ ਜਿਹੜਾ ਹੁਣ ਅਸੀਂ ਪੜ੍ਹ ਰਹੇ ਹਾਂ, ਦ ਰਾਈਟਰ ਡਿਸਕ੍ਰਾਈਬਸ ਹਾਊ ਸ਼ੀ ਅਪਲਾਈਡ ਫॉर ਐਂਡ ਗੋਟ ਅ ਜੌਬ ਦੈਟ ਹੈਡ ਬੀਨ ਐਡਵਰਟਾਈਜ਼ਡ ਸੋਲੀ ਫॉर ਮੈਨ। ਤੇ ਇਸ ਖਾਸ ਐਸੇ ਵਿੱਚ ਲੇਖਿਕਾ ਵਰਣਨ ਕਰਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਇੱਕ ਜੌਬ ਲੈਣ ਲਈ ਅਪਲਾਈ ਕੀਤਾ। ਉਹ ਜੌਬ ਜਿਹਦੀ ਕਿ ਐਡਵਰਟਾਈਜ਼ਮੈਂਟ आई सी कि यह जॉब सिर्फ ते सिर्फ आदमियों ਲਈ है। when she was in the final year of the M.Tech course, ਜਦੋਂ ਉਹ M.Tech ਕੋਰਸ ਦੇ ਫਾਈਨਲ ਈਅਰ ਵਿੱਚ ਸੀ, ਕਿੱਥੇ ਸੀ ਉਹ ਕੋਰਸ ਕਰਦੀ?
at the Indian Institute of Science in Bangalore. Indian Institute of Science Bangalore which Sudha Murthy came across an advertisement for a job at Telco in Pune. Telco company ਦੇ ਵਿੱਚ ਸੁਧਾ ਮੂਰਤੀ ਦੇ ਸਾਹਮਣੇ ਇੱਕ ਜੋਬ ਆਈ ਜੋ ਕਿ ਪੂਨੇ ਵਿੱਚ ਸੀ. What caught her attention with regard to the advertisement was the line. ਉਸ ਐਡਵਰਟਾਈਜ਼ਮੈਂਟ ਦੀ ਉਹ ਲਾਈਨ ਜਿਸ ਨੇ ਸੁਧਾ ਮੂਰਤੀ ਦਾ ਧਿਆਨ ਆਪਣੇ ਵੱਲ ਖਿੱਚਿਆ. ਉਹ ਲਾਈਨ ਕਿਹੜੀ ਸੀ? ਲੇਡੀ ਕੈਂਡੀਡੇਟਸ ਨੀਡ ਨੋਟ ਅਪਲਾਈ. ਇਸਤਰੀ ਉਮੀਦਵਾਰਾਂ ਨੂੰ ਇਸ ਵਿੱਚ ਅਪਲਾਈ ਕਰਨ ਦੀ ਲੋੜ ਨਹੀਂ ਹੈ. She not only applied for the job. ਫਿਰ ਕੀ ਹੋਇਆ? ਉਸਨੇ ਨਾ ਸਿਰਫ ਜੋਬ ਲਈ ਅਪਲਾਈ ਕੀਤਾ, taking it as a challenge ਅਤੇ ਇਸ ਨੂੰ ਇੱਕ ਚੈਲੰਜ ਵਾਂਗੂ ਲਿਆ, but also wrote a card to JRD Tata. ਪਰ ਉਸਨੇ ਨਾਲ ਹੀ JRD Tata ਨੂੰ ਇੱਕ ਕਾਰਡ ਵੀ ਲਿਖਿਆ stating her displeasure at the discrimination against women. stating ਹੁੰਦਾ ਬਿਆਨ ਕਰ ਰਿਹਾ ਸੀ. ਉਹ ਕਾਰਡ ਕੀ ਬਿਆਨ ਕਰ ਰਿਹਾ ਸੀ? her displeasure. displeasure ਹੁੰਦਾ ਉਸ ਦੀ ਨਾ ਖੁਸ਼ੀ, ਯਾਨੀ ਉਹ ਇਸ ਚੀਜ਼ ਨਾਲ ਖੁਸ਼ ਨਹੀਂ ਸੀ. ਕਿਹੜੀ ਚੀਜ਼ ਨਾਲ ਨਹੀਂ ਖੁਸ਼ ਸੀ? at the discrimination. discrimination ਕੀ ਹੁੰਦੀ ਆ? ਭੇਦਭਾਵ ਅਗੇਂਸਟ ਵੂਮਨ, ਕਿ ਜਿਹੜੀ ਤੁਹਾਡੀ ਐਡਵਰਟਾਈਜ਼ਮੈਂਟ ਹੈ ਉਹ ਵੂਮਨ ਦੇ ਅਗੇਂਸਟ ਭੇਦਭਾਵ ਸ਼ੋਅ ਕਰਨ ਵਾਲੀ ਹੈ. ਮੈਂ ਇਸ ਨਾਲ ਨਾ ਖੁਸ਼ ਹਾਂ. ਸੁਧਾ ਮੂਰਤੀ ਵਾਸ ਸਰਪ੍ਰਾਈਜ਼ਡ ਟੂ ਬੀ ਕਾਲਡ ਫॉर द ਇੰਟਰਵਿਊ. ਸੁਧਾ ਮੂਰਤੀ ਹੈਰਾਨ ਹੋ ਗਈ ਸੀ ਜਦੋਂ ਉਸ ਨੂੰ ਇੰਟਰਵਿਊ ਲਈ ਬੁਲਾਇਆ ਗਿਆ. ਸ਼ੀ ਵਾਸ ਸ਼ੋਰ ਸ਼ੀ ਵੁੱਡ ਨਾਟ ਬੀ ਸਿਲੈਕਟਡ ਐਂਡ ਹੈਂਸ ਵਾਸ ਕੂਲ. ਉਸ ਨੂੰ ਪੱਕਾ ਪਤਾ ਸੀ ਕਿ ਉਹ ਸਿਲੈਕਟ ਤਾਂ ਹੋਏਗੀ ਨਹੀਂ, ਇਸ ਕਰਕੇ ਉਹ ਬਹੁਤ ਸ਼ਾਂਤ ਸੀ. ਐਟ ਦ ਇੰਟਰਵਿਊ ਸ਼ੀ was told that women were not selected as they would find it difficult to work on the shop floor. ਉਸ ਇੰਟਰਵਿਊ 'ਚ ਉਸ ਨੂੰ ਦੱਸਿਆ ਗਿਆ ਕਿ ਇਸਤਰੀਆਂ ਨੂੰ ਇਸ ਕਰਕੇ ਨਹੀਂ ਸਿਲੈਕਟ ਕੀਤਾ ਜਾਂਦਾ ਕਿ ਉਹਨਾਂ ਨੂੰ ਇਸ ਸ਼ੋਪ ਫਲੋਰ ਤੇ ਕੰਮ ਕਰਨ ਵਿੱਚ ਦਿੱਕਤ ਆਉਂਦੀ ਹੈ. However, this did not deter. deter ਹੁੰਦਾ ਰੋਕ ਕੇ ਰੱਖਣਾ ਕਿਸੇ ਨੂੰ. ਇਹ ਗੱਲ ਨੇ ਵੀ ਉਸ ਨੂੰ ਨਹੀਂ ਰੋਕ ਕੇ ਰੱਖਿਆ. However, this did not deter Sudha Murthy, and she said that a beginning had to be made sometime and somewhere. ਤਾਂ ਉਸਨੇ ਕਿਹਾ ਕਿ ਇਸ ਦੀ ਸ਼ੁਰੂਆਤ ਕਿਸੇ ਵੇਲੇ ਤੇ ਕਿਸੇ ਜਗ੍ਹਾ ਤੇ ਤਾਂ ਕਰਨੀ ਪਏਗੀ. Sudha Murthy was offered the job. Sudha Murthy ਨੂੰ ਇਹ ਜੋਬ ਆਫਰ ਕਰ ਦਿੱਤੀ ਗਈ. Later she met JRD Tata. ਬਾਅਦ ਵਿੱਚ ਉਹ JRD Tata ਨੂੰ ਵੀ ਮਿਲੀ, who said that he was happy that women were becoming engineers. ਉਹਨਾਂ ਨੇ ਕਿਹਾ ਕਿ ਉਹ ਖੁਸ਼ ਸੀ ਕਿ ਹੁਣ ਇਸਤਰੀਆਂ ਇੰਜੀਨੀਅਰਸ ਬਣ ਰਹੀਆਂ ਹਨ. Thanks to the perseverance of Sudha Murthy. Perseverance ਹੁੰਦੀ ਹੈ ਦ੍ਰਿੜਤਾ, ਕਿ ਸੁਧਾ ਮੂਰਤੀ ਦੀ ਦ੍ਰਿੜਤਾ ਦਾ ਧੰਨਵਾਦ women engineers have become very common in today's world. ਕਿ ਅੱਜ ਕੱਲ ਦੀ ਦੁਨੀਆ ਵਿੱਚ ਵੂਮਨ ਇੰਜੀਨੀਅਰ, ਇਸਤਰੀ ਇੰਜੀਨੀਅਰਸ ਬਹੁਤ ਕਾਮਨ ਹੈ, ਆਮ ਗੱਲ ਹੈ. ਐਂਡ ਆਰ ਐਮਪਲੋਇਡ ਇਨ ਫੈਕਟਰੀਜ਼, ਅਤੇ ਹੁਣ ਫੈਕਟਰੀਜ਼ ਵਿੱਚ ਵੀ ਉਹ ਜੋਬ ਕਰਦੀਆਂ ਹਨ. ਚਲੋ ਹੁਣ ਆਪਾਂ ਇਹ ਐਸੇ ਸ਼ੁਰੂ ਕਰੀਏ ਜੋ ਕਿ ਸੁਧਾ ਮੂਰਤੀ ਦੁਆਰਾ ਹੀ ਲਿਖਿਆ ਗਿਆ ਹੈ. ਇਟ ਵਾਜ਼ ਲੌਂਗ ਟਾਈਮ ਅਗੋ. ਬਹੁਤ ਪਹਿਲਾਂ ਦੀ ਗੱਲ ਸੀ. ਆਈ ਵਾਜ਼ ਯੰਗ ਐਂਡ ਬ੍ਰਾਈਟ, ਬੋਲਡ ਐਂਡ ਆਈਡੀਅਲਿਸਟਿਕ. ਮੈਂ ਉਦੋਂ ਬੜੀ ਯੰਗ ਸੀ, ਦੇਖਣ ਵਿੱਚ ਸੋਹਣੀ ਸੀ, ਸਾਹਸੀ ਸੀ ਤੇ ਆਦਰਸ਼ਵਾਦੀ ਸੀ. I was in the final year of my master's course in computer science at the Indian Institute of Science IISc in Bangalore. ਮੈਂ ਉਸ ਵੇਲੇ ਬੈਂਗਲੌਰ ਦੇ IISc Indian Institute of Science ਵਿੱਚ ਕੰਪਿਊਟਰ ਸਾਇੰਸ ਦੇ ਮਾਸਟਰਸ ਕੋਰਸ ਦੀ ਫਾਈਨਲ ਈਅਰ ਵਿੱਚ ਸੀ. then known as the Tata Institute. ਉਹ ਉਸ ਵੇਲੇ ਟਾਟਾ ਇੰਸਟੀਚਿਊਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ. ਲਾਈਫ ਵਾਜ਼ ਫੁੱਲ ਆਫ ਫਨ ਐਂਡ ਜੋਏ. ਉਸ ਟਾਈਮ ਜਿਹੜੀ ਜ਼ਿੰਦਗੀ ਸੀ ਬਹੁਤ ਮਜ਼ੇਦਾਰ ਅਤੇ ਖੁਸ਼ੀਆਂ ਭਰੀ ਸੀ. I did not know what helplessness or injustice meant. ਮੈਂ ਮਜਬੂਰੀ ਅਤੇ ਅਨਿਆਂ ਦੇ ਮਤਲਬ ਨੂੰ ਨਹੀਂ ਜਾਣਦੀ ਸੀ. It was probably the April of 1974. ਇਹ ਸ਼ਾਇਦ 1974 ਦੇ ਅਪ੍ਰੈਲ ਦੀ ਗੱਲ ਹੈ. Bangalore was getting warm.
ਬੈਂਗਲੋਰ ਜਿਹੜਾ ਸੀ ਗਰਮ ਹੋ ਰਿਹਾ ਸੀ, ਯਾਨੀ ਗਰਮੀ ਆ ਰਹੀ ਸੀ। ਐਂਡ ਗੁਲਮੋਹਰਸ ਵਰ ਬਲੂਮਿੰਗ ਐਟ ਦਾ IISc ਕੈਂਪਸ। ਗੁਲਮੋਹਰ ਇੱਕ ਤਰ੍ਹਾਂ ਦਾ ਟਰੀ ਹੁੰਦਾ ਹੈ ਜੋ ਗਰਮੀ ਦੇ ਮੌਸਮ ਵਿੱਚ ਖਿਲਦਾ ਹੈ, ਇੱਕ ਫੁੱਲਦਾਰ ਦਰਖਤ ਜਿਸ ਵਿੱਚ ਲਾਲ ਪੀਲੇ ਰੰਗ ਦੇ ਫੁੱਲ ਆਉਂਦੇ ਹਨ ਪਰ ਗਰਮੀ ਦੇ ਸੀਜ਼ਨ ਵਿੱਚ। ਸੋ ਪੂਰੀ ਲਾਈਨ, ਬੈਂਗਲੋਰ ਵਿੱਚ ਗਰਮੀ ਵੱਧ ਰਹੀ ਸੀ ਤੇ ਗੁਲਮੋਹਰ ਦਰਖਤ ਜੋ ਕਿ IISc ਕੈਂਪਸ ਦੇ ਬਾਹਰ ਸੀ ਉਹ ਖਿੜ ਰਿਹਾ ਸੀ। I was the only girl in my post graduate department। ਪੂਰੇ post graduate department ਵਿੱਚ ਲੜਕੀ ਸਿਰਫ ਮੈਂ ਹੀ ਸੀ, ਬਾਕੀ ਲੜਕੇ ਸਨ। and was staying at the ladies hostel ਅਤੇ ladies hostel ਵਿੱਚ ਰਹਿ ਰਹੀ ਸੀ। other girls were pursuing research in different departments of science। ਹੁਣ pursue ਹੁੰਦਾ ਕਿਸੇ ਚੀਜ਼ ਨੂੰ ਅੱਗੇ ਵਧਾਉਣਾ, pursuing ਅੱਗੇ ਵਧਾ ਰਹੀਆਂ। ਹੁਣ ਦੂਜੀਆਂ ਲੜਕੀਆਂ ਵਿਗਿਆਨ ਦੇ ਅਲੱਗ-ਅਲੱਗ ਡਿਪਾਰਟਮੈਂਟ ਵਿੱਚ ਰਿਸਰਚ ਦੀ ਆਪਣੀ ਪੜ੍ਹਾਈ ਨੂੰ ਅੱਗੇ ਵਧਾ ਰਹੀਆਂ ਸਨ। I was looking forward to going abroad to complete a doctorate in computer science। ਮੇਰੇ ਅੰਦਰ ਤਾਂਘ ਸੀ ਕੰਪਿਊਟਰ ਸਾਇੰਸ ਵਿੱਚ ਡਾਕਟਰੀ ਕਰਨ ਲਈ ਬਾਹਰ ਜਾਣ ਦੀ। I had been offered scholarship from the universities in the US। ਮੈਨੂੰ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿੱਚੋਂ ਵਜ਼ੀਫੇ ਦੀ ਵੀ ਆਫਰ ਆਈ ਸੀ। I had not thought of taking up a job in India। ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਇੰਡੀਆ ਵਿੱਚ ਜੋਬ ਕਰਨੀ ਹੈ। One day, ਇੱਕ ਦਿਨ while on the way to my hostel, ਜਦੋਂ ਮੈਂ ਆਪਣੇ ਹੋਸਟਲ ਵਾਪਸ ਜਾ ਰਹੀ ਸੀ from our lecture hall complex, ਆਪਣੇ lecture hall complex ਤੋਂ I saw an advertisement on the notice board। ਮੈਂ ਨੋਟਿਸ ਬੋਰਡ ਤੇ ਲੱਗੀ ਇੱਕ ਐਡਵਰਟਾਈਜ਼ਮੈਂਟ ਦੇਖੀ, ਯਾਨੀ ਇੱਕ ਮਸ਼ਹੂਰੀ ਦੇਖੀ। It was a standard job requirement notice। ਇਹ ਇੱਕ ਸਟੈਂਡਰਡ ਜੋਬ ਦੀ ਲੋੜ ਵਾਸਤੇ ਨੋਟਿਸ ਸੀ from the famous automobile company Telco, now Tata Motors। ਇਹ ਨੋਟਿਸ ਟੈਲਕੋ ਕੰਪਨੀ ਵੱਲੋਂ ਲਗਾਇਆ ਗਿਆ ਸੀ ਜਿਹੜੀ ਕਿ ਹੁਣ ਟਾਟਾ ਮੋਟਰਸ ਦੇ ਨਾਂ ਨਾਲ ਮਸ਼ਹੂਰ ਹੈ। It stated that the company required young bright engineers, hardworking and with an excellent academic background etc। ਸੋ ਇਸ਼ਤਿਹਾਰ ਕਹਿ ਰਿਹਾ ਸੀ ਕਿ ਕੰਪਨੀ ਨੂੰ ਚਾਹੀਦੇ ਹਨ ਕੁਝ ਨੌਜਵਾਨ ਹੁਸ਼ਿਆਰ ਇੰਜੀਨੀਅਰਸ ਜੋ ਕਿ ਮਿਹਨਤੀ ਵੀ ਹੋਣ ਅਤੇ ਜਿਨ੍ਹਾਂ ਕੋਲ ਪੜ੍ਹਾਈ ਲਿਖਾਈ ਦੀ ਬੈਕਗ੍ਰਾਉਂਡ ਵੀ ਅੱਛੀ ਹੋਵੇ। ਸੋ ਇਹੋ ਜਿਹਾ ਕੁਝ ਉੱਥੇ ਲਿਖਿਆ ਹੋਇਆ ਸੀ। एटसेट्रा ਹੁੰਦਾ वगैरह वगैरह एटसेट्रा। ओके, ETC ਉਹਦੀ ਸ਼ੋਰਟ ਫਾਰਮ ਹੈ। एटसेट्रा ਦੇ ਸਪੈਲਿੰਗ ਕੀ ਹੋਣਗੇ? ETCETRA एटसेट्रा। At the bottom was a small line। ਸਭ ਤੋਂ ਅਖੀਰ ਤੇ ਇੱਕ ਛੋਟੀ ਲਾਈਨ ਲਿਖੀ ਹੋਈ ਸੀ, lady candidates need not apply, ਕਿ ਇਸਤਰੀ ਉਮੀਦਵਾਰਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਹੈ। I read it, ਮੈਂ ਇਸ ਨੂੰ ਪੜ੍ਹਿਆ। ਹੁਣ ਤੁਸੀਂ ਕਹੋਗੇ ਕਿ ਇਹ ਰੀਡ ਲਿਖਿਆ, ਰੈਡ ਕਿਉਂ ਪੜ੍ਹਿਆ? ਕਿਉਂਕਿ ਇਹ ਸੈਕਿੰਡ ਫਾਰਮ ਹੈ। ਸਾਰੇ ਦੇ ਸਾਰੇ ਆਪਾਂ ਲੇਖ ਦੇਖਦੇ ਹਾਂ ਸੈਕਿੰਡ ਫਾਰਮ ਵਿੱਚ ਲਿਖਿਆ ਹੋਇਆ, ਇਸ ਕਰਕੇ ਰੀਡ ਦੀ ਸੈਕਿੰਡ ਫਾਰਮ ਸਪੈਲਿੰਗ ਵਿੱਚ ਤਾਂ READ ਹੈ, ਥਰਡ ਵੀ READ, ਪਰ ਇਹਨੂੰ ਪੜ੍ਹਨਾ ਕੀ ਹੈ? ਰੈਡ। ਰੀਡ, ਰੈਡ, ਰੈਡ। I read it and was very upset। ਮੈਂ ਇਸ ਨੂੰ ਪੜ੍ਹਿਆ ਤੇ ਮੈਂ ਬਹੁਤ ਅਪਸੈਟ ਹੋ ਗਈ ਸੀ। For the first time in life I was up against gender discrimination। ਪਹਿਲੀ ਵਾਰ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਇਸ ਲਿੰਗ ਪੱਖਪਾਤ ਦੇ ਅਗੇਂਸਟ ਖੜੀ ਹੋਈ ਸੀ। Though I was not keen on taking up the job। ਭਾਵੇਂ ਮੈਂ ਇਹ ਜੋਬ ਲੈਣ ਲਈ ਇੰਟਰਸਟਿਡ ਨਹੀਂ ਸੀ। I saw it as a challenge। ਮੈਂ ਫਿਰ ਵੀ ਇਸ ਨੂੰ ਇੱਕ ਚੈਲੰਜ ਵਾਂਗੂ ਲਿਆ। I had done extremely well in academics। ਮੈਂ ਆਪਣੀ academics ਵਿੱਚ ਯਾਨੀ ਆਪਣੀ ਪੜ੍ਹਾਈ ਲਿਖਾਈ ਵਿੱਚ ਬਹੁਤ ਵਧੀਆ ਕਰ ਚੁੱਕੀ ਸੀ। better than most of my male peers। ਮੈਂ ਆਪਣੇ ਪੁਰਸ਼ ਸਹਿਪਾਠੀਆਂ ਤੋਂ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਪੜ੍ਹ ਚੁੱਕੀ ਸੀ। little did I know then that in real life academic excellence is not enough to be successful। ਥੋੜਾ ਬਹੁਤ ਜੋ ਮੈਂ ਸਮਝਿਆ ਸੀ ਉਹ ਇਹ ਸੀ ਕਿ ਸਿਰਫ ਤੇ ਸਿਰਫ academic excellence ਯਾਨੀ academic ਵਿੱਚ ਹੀ ਅੱਛਾ ਕਰਨਾ ਕਾਫੀ ਨਹੀਂ ਹੈ ਤੁਹਾਨੂੰ successful ਹੋਣ ਲਈ। after reading the notice ਪੜ੍ਹਨ ਤੋਂ ਬਾਅਦ I went fuming to my room। fuming ਹੁੰਦਾ ਨਾਰਾਜ਼, ਠੀਕ ਹੈ। ਸੋ ਇਹ ਨੋਟਿਸ ਪੜ੍ਹਨ ਤੋਂ ਬਾਅਦ ਮੈਂ ਨਾਰਾਜ਼ ਹੋ ਕੇ ਆਪਣੇ ਰੂਮ ਵੱਲ ਚਲੇ ਗਈ। I decided to inform the topmost person। ਮੈਂ ਫੈਸਲਾ ਕੀਤਾ ਇਨਫੋਰਮ ਕਰਨ ਦਾ ਯਾਨੀ ਸੂਚਿਤ ਕਰਨ ਦਾ। ਕਿਸ ਨੂੰ? the topmost person, ਸਭ ਤੋਂ ਉੱਚੇ ਅਧਿਕਾਰੀ ਨੂੰ। ਕਿਸ ਜਗ੍ਹਾ ਦੇ ਉੱਚੇ ਅਧਿਕਾਰੀ ਨੂੰ? ਇਨ ਟੈਲਕੋਜ਼ ਮੈਨੇਜਮੈਂਟ। ਟੈਲਕੋ ਮੈਨੇਜਮੈਂਟ ਦੇ ਉੱਚੇ ਅਧਿਕਾਰੀ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ। ਕਾਹਦੇ ਵਾਸਤੇ ਸੂਚਿਤ ਕਰਨਾ ਸੀ? ਅਬਾਊਟ ਦਾ ਇਨਜਸਟਿਸ
ਜਿਹੜਾ ਉਹਨਾਂ ਨੇ ਅਨਿਆਂ ਕੀਤਾ। ਅੱਛਾ, ਅਨਿਆਂ ਕਿਹੜਾ ਕੀਤਾ? ਦ ਕੰਪਨੀ ਵਾਜ਼ ਪਰਪੈਟਰੇਟਿੰਗ ਹੁੰਦਾ ਪਾਪ ਕਰ ਰਹੀ, ਕਿ ਜਿਹੜੀ ਕੰਪਨੀ ਪਾਪ ਕਰ ਰਹੀ ਸੀ ਇਹ ਅਨਿਆਂ ਕਰਕੇ ਮੈਂ ਉਸ ਕੰਪਨੀ ਦੇ ਸਭ ਤੋਂ ਉੱਚੇ ਵਿਅਕਤੀ ਨੂੰ ਸੂਚਿਤ ਕਰਨ ਦਾ ਫੈਸਲਾ ਕੀਤਾ, ਇਸ ਪਾਪ ਬਾਰੇ ਉਹਨੂੰ ਮੈਂ ਦੱਸਾਂ ਕਿ ਤੁਸੀਂ ਇਹ ਕਰ ਰਹੇ ਹੋ। ਆਈ ਗੋਟ ਅ ਪੋਸਟ ਕਾਰਡ ਐਂਡ ਸਟਾਰਟਡ ਟੂ ਰਾਈਟ, ਮੈਂ ਇੱਕ ਪੋਸਟ ਕਾਰਡ ਲਿਆ ਅਤੇ ਉੱਤੇ ਲਿਖਣਾ ਸ਼ੁਰੂ ਕੀਤਾ। ਬਟ देयर वाज अ प्रॉब्लम, ਪਰ ਇੱਕ ਪ੍ਰੋਬਲਮ ਸੀ। ਆਈ ਡਿਡ ਨਾਟ ਨੋ ਹੂ ਹੈਡਡ ਟੈਲਕੋ, ਮੈਨੂੰ ਨਹੀਂ ਪਤਾ ਸੀ ਕਿ ਟੈਲਕੋ ਦਾ ਹੈਡ ਕੌਣ ਹੈ, ਕੌਣ ਇਸ ਨੂੰ ਚਲਾ ਰਿਹਾ ਸੀ। I thought it must be one of the Tatas, ਮੈਨੂੰ ਲੱਗਿਆ ਕਿ ਜੋ ਟਾਟਾ ਦੇ ਬ੍ਰਦਰ ਹਨ ਉਹਨਾਂ ਵਿੱਚੋਂ ਹੀ ਇੱਕ ਹੋਏਗਾ। I knew JRD Tata was the head of the Tata group, ਮੈਨੂੰ ਪਤਾ ਸੀ ਕਿ ਟਾਟਾ ਗਰੁੱਪ ਦੇ ਹੈਡ JRD Tata ਹਨ। I had seen his pictures in newspapers, ਮੈਂ ਉਹਨਾਂ ਦੀਆਂ ਤਸਵੀਰਾਂ ਅਖਬਾਰਾਂ ਵਿੱਚ ਦੇਖੀਆਂ ਸਨ। Actually, Sumant Moolgaonkar was the company's chairman then, ਅਸਲ ਵਿੱਚ ਉਸ ਵੇਲੇ ਕੰਪਨੀ ਦਾ ਚੇਅਰਮੈਨ ਸੁਮੰਤ ਮੂਲਗਾਓਕਰ ਸੀ। ਆਈ ਟੁੱਕ ਦ ਕਾਰਡ, ਮੈਂ ਕਾਰਡ ਲਿਆ, ਐਡਰੈਸਡ ਇਟ, ਉਸ ਉੱਤੇ ਸੰਬੋਧਿਤ ਕੀਤਾ ਕਿਹਨੂੰ? ਟੂ JRD, ਉੱਤੇ ਲਿਖ ਦਿੱਤਾ JRD ਐਂਡ ਸਟਾਰਟਡ ਰਾਈਟਿੰਗ, ਅਤੇ ਲਿਖਣਾ ਸ਼ੁਰੂ ਕੀਤਾ। ਟੂ ਦਿਸ ਡੇ ਆਈ ਰਿਮੈਂਬਰ ਕਲੀਅਰਲੀ, ਮੈਂ ਸਪਸ਼ਟ ਯਾਦ ਰੱਖਦੀ ਹਾਂ ਵਟ ਆਈ ਰੋਟ, ਜਿਹੜਾ ਕਿ ਮੈਂ ਉਸ ਦਿਨ ਲਿਖਿਆ। ਕੀ ਲਿਖਿਆ? ਦ ਗ੍ਰੇਟ ਟਾਟਾਜ਼ ਹੈਵ ਆਲਵੇਜ਼ ਬੀਨ ਪਾਇਨੀਅਰਸ, ਕਿ ਟਾਟਾ ਦੇ ਮਹਾਨ ਮਾਲਕ ਹਮੇਸ਼ਾ ਅਗਵਾਈ ਕਰਦੇ ਹਨ। ਪਾਇਨੀਅਰਸ ਹੁੰਦਾ ਨੇਤਾ ਜੋ ਅਗਵਾਈ ਕਰਦੇ ਹੋਣ। ਓਕੇ, they are the people who started the basic infrastructure industries in India, ਇਹ ਉਹ ਲੋਕ ਹਨ ਜਿਨ੍ਹਾਂ ਨੇ ਬੇਸਿਕ ਸਾਜੋ ਸਮਾਨ ਦੀ ਇੰਡਸਟਰੀਜ਼ ਇੰਡੀਆ ਵਿੱਚ ਲਗਾਈਆਂ, such as iron and steel, ਜਿੱਦਾਂ ਲੋਹਾ ਅਤੇ ਇਸਪਾਤ, chemicals ਰਸਾਇਣ, textiles ਕੱਪੜੇ, and locomotives ਯਾਨੀ ਆਵਾਜਾਈ ਦੇ ਸਾਧਨ। They have cared for higher education in India since 1900, ਉਹਨਾਂ ਨੇ ਸਨ 1900 ਤੋਂ ਉੱਚ ਸਿੱਖਿਆ ਬਾਰੇ ਬਹੁਤ ਕੁਝ ਕੀਤਾ। And they were responsible for the establishment of the Indian Institute of Science, ਅਤੇ Indian Institute of Science ਨੂੰ ਹੋਂਦ ਵਿੱਚ ਲਿਆਉਣ ਲਈ ਵੀ ਉਹ ਕਾਰਨ ਬਣੇ। Fortunately, ਕਿ ਮੇਰੀ ਕਿਸਮਤ ਹੈ, ਆਈ ਸਟੱਡੀ ਦੇਅਰ, ਮੈਂ ਉੱਥੇ ਪੜ੍ਹਦੀ ਹਾਂ। ਬਟ ਆਈ ਐਮ ਸਰਪ੍ਰਾਈਜ਼ਡ ਹਾਊ ਅ ਕੰਪਨੀ ਸੱਚ ਐਜ਼ ਟੈਲਕੋ ਇਜ਼ ਡਿਸਕ੍ਰਿਮੀਨੇਟਿੰਗ ਔਨ ਦ ਬੇਸਿਸ ਆਫ ਜੈਂਡਰ, ਪਰ ਮੈਂ ਬਹੁਤ ਹੈਰਾਨ ਹੋਈ ਹਾਂ ਕਿ ਟੈਲਕੋ ਵਰਗੀ ਇੰਨੀ ਵਧੀਆ ਕੰਪਨੀ ਲਿੰਗ ਪੱਖਪਾਤ ਕਿੱਦਾਂ ਕਰ ਸਕਦੀ ਹੈ। ਆਈ ਪੋਸਟਡ ਦ ਲੈਟਰ ਐਂਡ ਫੋਰਗੋਟ ਅਬਾਊਟ ਇਟ, ਮੈਂ ਇਹ ਲੈਟਰ ਪੋਸਟ ਕੀਤੀ ਤੇ ਭੁੱਲ ਭੱਲ ਗਈ ਕਿ ਮੈਂ ਪੋਸਟ ਕੀਤੀ ਸੀ, ਕਿਉਂਕਿ ਮੈਨੂੰ ਯਕੀਨ ਨਹੀਂ ਸੀ ਕਿ ਕੋਈ ਜਵਾਬ ਵੀ ਆਏਗਾ। ਲੈਸ ਦੈਨ 10 days later, 10 ਦਿਨਾਂ ਤੋਂ ਵੀ ਘੱਟ ਹੋਏ ਹੋਣੇ ਆ ਉਸ ਤੋਂ ਬਾਅਦ ਆਈ ਰਿਸੀਵਡ ਅ ਟੈਲੀਗ੍ਰਾਮ, ਮੈਂ ਇੱਕ ਟੈਲੀਗ੍ਰਾਮ ਰਿਸੀਵ ਕੀਤੀ ਸਟੇਟਿੰਗ, ਜਿਹੜੀ ਕਿ ਕਹਿ ਰਹੀ ਸੀ ਦੈਟ ਆਈ ਹੈਡ ਟੂ ਅਪੀਅਰ ਫॉर ਐਨ ਇੰਟਰਵਿਊ ਐਟ ਟੈਲਕੋਜ਼ ਪੁਣੇ ਆਫਿਸਰ ਐਟ ਦ ਕੰਪਨੀਜ਼ ਐਕਸਪੈਂਸ, ਕਿ ਉਸ ਨੂੰ ਟੈਲਕੋ ਦੇ ਪੁਣੇ ਆਫਿਸ ਵਿੱਚ ਕੰਪਨੀ ਦੇ ਖਰਚੇ ਤੇ ਇੰਟਰਵਿਊ ਦੇਣ ਲਈ ਬੁਲਾਇਆ ਗਿਆ। I was taken aback by the telegram, taken aback मतलब सरप्राइज हो जाना, हक्के बक्के रह जाना। ओके, ਉਹਨੂੰ ਕਹਿੰਦੇ taken aback, मैं उस टेलीग्राम नाल हक्की बक्की रह गई, अचंभित हो गई, सरप्राइज हो गई। माई होस्टल मेट्स टोल्ड मी, मेरे नाल होस्टल विच रहन वालियां ने टोल्ड मी, मैंने दस्सिया दैट आई शुड यूज द अपॉर्चुनिटी टू गो टू पुणे फ्री ऑफ कॉस्ट, कि मैनू यह अपॉर्चुनिटी पुणे जाण दी, वो भी फ्री ऑफ कॉस्ट अवेल कर लेनी चाहिए, मैनू जाना चाहिए है। एंड बाय दैम द फेमस पुणे साड़ीज फॉर चीप, अते उन्हां लई पुणे दी जिहड़ी फेमस साड़ी है, जिहड़ी बड़ी चीप है, सस्ती है, वो लैके आनी चाहिए है।
They are the people who started the basic infrastructure industries in India. ਇਹ ਉਹ ਲੋਕ ਹਨ ਜਿਨ੍ਹਾਂ ਨੇ ਬੇਸਿਕ ਸਾਜੋ ਸਮਾਨ ਦੀ ਇੰਡਸਟਰੀਜ਼ ਇੰਡੀਆ ਵਿੱਚ ਲਗਾਈਆਂ, ਸੱਚ ਐਜ਼ ਆਇਰਨ ਐਂਡ ਸਟੀਲ, ਜਿੱਦਾਂ ਲੋਹਾ ਅਤੇ ਇਸਪਾਤ, chemicals रसायन, textiles कपड़े एंड लोकोमोटिव्स यानी आवाजाई दे साधन. They have cared for higher education in India since 1900. ਉਹਨਾਂ ਨੇ सन 1900 ਤੋਂ ਉੱਚ ਸਿੱਖਿਆ ਬਾਰੇ ਬਹੁਤ ਕੁਝ ਕੀਤਾ and they were responsible for the establishment of the Indian Institute of Science. ਅਤੇ Indian Institute of Science ਨੂੰ ਹੋਂਦ ਵਿੱਚ ਲਿਆਉਣ ਲਈ ਵੀ ਉਹ ਕਾਰਨ ਬਣੇ. Fortunately ਕਿ ਮੇਰੀ ਕਿਸਮਤ ਹੈ I study there, ਮੈਂ ਉੱਥੇ ਪੜ੍ਹਦੀ ਹਾਂ, but I'm surprised how a company such as Telco is discriminating on the basis of gender. ਪਰ ਮੈਂ ਬਹੁਤ ਹੈਰਾਨ ਹੋਈ ਹਾਂ ਕਿ ਟੈਲਕੋ ਵਰਗੀ ਇੰਨੀ ਵਧੀਆ ਕੰਪਨੀ ਲਿੰਗ ਪੱਖਪਾਤ ਕਿੱਦਾਂ ਕਰ ਸਕਦੀ ਹੈ. I posted the letter and forgot about it. ਮੈਂ ਇਹ ਲੈਟਰ ਪੋਸਟ ਕੀਤੀ ਤੇ ਭੁੱਲ ਭੱਲ ਗਈ ਕਿ ਮੈਂ ਪੋਸਟ ਕੀਤੀ ਸੀ, ਕਿਉਂਕਿ ਮੈਨੂੰ ਯਕੀਨ ਨਹੀਂ ਸੀ ਕਿ ਕੋਈ ਜਵਾਬ ਵੀ ਆਏਗਾ. Less than 10 days later, 10 ਦਿਨਾਂ ਤੋਂ ਵੀ ਘੱਟ ਹੋਏ ਹੋਣੇ ਆ, ਉਸ ਤੋਂ ਬਾਅਦ I received a telegram. ਮੈਂ ਇੱਕ ਟੈਲੀਗ੍ਰਾਮ ਰਿਸੀਵ ਕੀਤੀ stating, ਜਿਹੜੀ ਕਿ ਕਹਿ ਰਹੀ ਸੀ that I had to appear for an interview at Telco's Pune officer at the company's expense. ਕਿ ਉਸ ਨੂੰ ਟੈਲਕੋ ਦੇ ਪੂਨੇ ਆਫਿਸ ਵਿੱਚ ਕੰਪਨੀ ਦੇ ਖਰਚੇ ਤੇ ਇੰਟਰਵਿਊ ਦੇਣ ਲਈ ਬੁਲਾਇਆ ਗਿਆ. I was taken aback by the telegram. Taken aback मतलब सरप्राइज हो जाना, हक्के बक्के रह जाना. ओके, उन्हें कहते हैं टेकन अबैक. मैं उस टेलीग्राम नाल हक्की बक्की रह गई, अचंभित हो गई, सरप्राइज हो गई. माई होस्टल मेट्स टोल्ड मी, मेरे नाल होस्टल विच रहन वालियां ने told me, मैंने दस्या that I should use the opportunity to go to Pune free of cost. कि मैनू ये opportunity पुणे जान दी, वो भी free of cost अवेल कर लेनी चाहिए, मैनू जाना चाहिए है. and buy them the famous Pune sarees for cheap. ਅਤੇ ਉਹਨਾਂ ਲਈ पुणे ਦੀ ਜਿਹੜੀ ਫੇਮਸ ਸਾੜੀ ਹੈ, ਜਿਹੜੀ ਬੜੀ ਚੀਪ ਹੈ, ਸਸਤੀ ਹੈ, ਉਹ ਲੈ ਕੇ ਆਣੀ ਚਾਹੀਦੀ ਹੈ. I collected ₹30 each from everyone who wanted a ਸਾੜੀ. ਮੇਰੀਆਂ ਸਹੇਲੀਆਂ ਜਿਹੜੀਆਂ ਕਿ ਸਾੜੀ ਚਾਹੁੰਦੀਆਂ ਸੀ, ਉਹਨਾਂ ਸਾਰਿਆਂ ਕੋਲ ਮੈਂ 30 ਰੁਪਏ ਜਿਹੜੇ ਕਲੈਕਟ ਕਰ ਲਏ ਕਿ ਮੈਂ ਆਉਂਦਿਆਂ ਸਾੜੀ ਲੈਂਦੀ ਆਵਾਂਗੀ. When I look back, ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਹਾਂ, I feel like laughing at the reason for my going. ਤਾਂ ਮੈਂ ਉੱਥੇ ਜਾਣ ਦੇ ਕਾਰਨ ਨੂੰ सोच के हसदी हाँ कि मैं इस कारण करके गई सी. बट बैक दैन दे सीम्ड गुड इनफ टू मेक द ट्रिप. पर उस जगह तो मुड़न उपरंत मैनू लग्या कि काफ़ी अच्छा रहा कि मैं उत्थे चले गई. इट वॉज माई फर्स्ट विजिट टू पुणे. यह मेरी पुणे विच पहली यात्रा सी. आई इमीडिएटली फैल इन लव विद द सिटी. मैनू ओह सिटी एकदम ही बहुत प्यारी लगन लग गई. टू दिस डे इट रिमेन्स डियर टू मी. इस दिन तो बाद हुण तक मेरे लिए बहुत ही प्यारी है. I feel as much at home in Pune as I do in Hubli, my hometown. मैं जिन्ना हुबली जो कि मेरा होम टाउन है ਉਹਦੇ ਵਿੱਚ ਰਹਿ ਕੇ ਅੱਛਾ ਮਹਿਸੂਸ ਕਰਦੀ ਹਾਂ, ਮੈਨੂੰ ਪੁਣੇ ਵਿੱਚ ਵੀ ਉਸੇ ਤਰ੍ਹਾਂ ਹੀ ਮਹਿਸੂਸ ਹੋਇਆ. The place changed my life in so many ways. ਇਸ ਜਗ੍ਹਾ ਨੇ ਮੇਰੀ ਜ਼ਿੰਦਗੀ ਕਈ ਤਰੀਕੇ ਨਾਲ ਬਦਲ ਦਿੱਤੀ. As directed, ਜਿੱਦਾਂ ਕਿ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ. I went to Telco's Pimpri office for the interview. ਮੈਂ ਟੈਲਕੋ ਦੇ ਪਿੰਪਰੀ ਆਫਿਸ ਵਿੱਚ ਇੰਟਰਵਿਊ ਦੇਣ ਲਈ ਗਈ. There were 6 people on the panel. ਉਸ ਇੰਟਰਵਿਊ ਪੈਨਲ ਵਿੱਚ 6 ਲੋਕ ਬੈਠੇ ਸਨ. And I realized then that this was a serious business. ਤਾਂ ਉਦੋਂ ਮੈਂ ਮਹਿਸੂਸ ਕੀਤਾ ਕਿ ਇਹ ਇੱਕ ਸੀਰੀਅਸ ਕੰਮ ਹੈ. This is the girl who wrote to JRD. ਇਹ ਉਹੀ ਲੜਕੀ ਹੈ ਜਿਸਨੇ JRD ਨੂੰ ਲਿਖਿਆ ਸੀ. I heard somebody whisper as soon as I entered the room. ਜਦੋਂ ਮੈਂ ਉਸ ਰੂਮ ਵਿੱਚ ਐਂਟਰ ਹੋਈ ਤਾਂ ਮੈਂ ਇਹ ਗੱਲ ਕਿਸੇ ਨੂੰ ਬੁੜਬੁੜਾਉਂਦੇ ਹੋਏ ਕੰਨਾਂ ਵਿੱਚ ਜਾਂ ਹੌਲੀ ਬੋਲਦੇ ਹੋਏ, ਵਿਸਪਰ ਹੁੰਦਾ ਹੌਲੀ ਬੋਲਣਾ, ਕਿਸੇ ਨੂੰ ਇਹ ਵਿਸਪਰਿੰਗ ਕਰਦੇ ਸੁਣਿਆ. By then I knew for sure that I would not get the job. ਉਸ ਵੇਲੇ ਤੱਕ ਮੈਨੂੰ ਪੱਕਾ ਹੋ ਗਿਆ ਸੀ ਕਿ ਇਹ ਜੋਬ ਮੈਨੂੰ ਨਹੀਂ ਮਿਲੇਗੀ. The realization abolished all fears from my
माइंड। सो क्योंकि ये मैनू पक्का हो गया सी, एहसास हो गया सी, इस करके मैनू हुण कोई डर भी नहीं सी। इस एहसास ने मेरे सारे डर ख़त्म कर दिते। अबोलिश होंदा ख़त्म कर देना। सो आई वॉज रैदर कूल। सो मैं हुण बहुत शांत सी वाइल द इंटरव्यू वाज बीइंग कंडक्टेड, जदों इंटरव्यू लई जा रही सी। ईवन बिफोर द इंटरव्यू स्टार्टेड, इंटरव्यू दे शुरू होने तो पहला भी आई रैकनड द पैनल वाज बायस्ड। मैं मान लिया सी पहला तो ही कि जिहड़ा पैनल बैठा है इंटरव्यू लई वो सारा बायस्ड है, यानी पक्षपात करन वाला है। सो आई टोल्ड दैम रैदर इम्पलाइटली, इस करके मैं तो उन्होंने कह दिता, बल्कि थोड़ी सख्ती नाल ही कह दिता, आई होप दिस इज़ ओनली अ टेक्निकल इंटरव्यू। मैनू लगता कि सिर्फ एक टेक्निकल इंटरव्यू ही है। दे वर टेकन अबैक बाय माई रूडनेस। वो सारे हक्के बक्के रह गए मेरी इस रूडनेस नू देख के, कुरख्त पुणे नू देख के। एंड ईवन टुडे आई एम अशेम्ड अबाउट माई एटीट्यूड। ते अज भी मैं अपने उस वतीरे लिए शर्मिंदा हाँ। The panel asked me technical questions and I answered all of them. उस पैनल ने मेरे को कुछ टेक्निकल क्वेश्चंस, कुछ तकनीकी प्रश्न पूछे तो मैं उन्हें सारिਆਂ ਦੇ जवाब भी दे दिते। Then an elderly gentleman, ਹੁਣ ਇੱਥੇ मैन लिखिया हैगा, मैन है क्योंकि एन लग्या ना, एक बंदे की गल हो रही है, सो ਇੱਥੇ मैन आएगा। Then फिर an elderly gentleman, एक बुजुर्ग व्यक्ति ने विद एन अफेक्शनेट वॉइस टोल्ड मी, बड़े ही स्नेह भाव वाली आवाज़ विच मैनू कहा, डू यू नो वाई वी सैड लेडी कैंडीडेट्स नीड नॉट अप्लाई। कि तू जानदी है कि असीं क्यों कहा सी कि इस्त्री उम्मीदवारां नू अप्लाई करन दी लोड़ नहीं है। द रीज़न इज़ दैट, कारण ये है, वी हैव नैवर एम्प्लॉयड एनी लेडीज़ ऑन द शॉप फ्लोर, कि असीं कदी भी दुकान वाले फ्लोर ते किसी लेडीज़ नू नौकरी नहीं दित्ती। दिस इज़ नॉट अ को-एड कॉलेज, ये कोई को-एड कॉलेज नहीं है। दिस इज़ अ फैक्ट्री, यह एक कारखाना है। when it comes to academics, ਜਦੋਂ ਸਿੱਖਿਆ ਦੀ ਗੱਲ ਆਂਦੀ ਹੈ, you are a first ranker throughout, ਤੁਸੀਂ ਸਾਰਿਆਂ ਵਿੱਚੋਂ ਪਹਿਲੇ ਨੰਬਰ ਤੇ ਹੋ। we appreciate that, ਅਸੀਂ ਇਸ ਦੀ ਸਰਾਹਨਾ ਕਰਦੇ ਹਾਂ। but people like you should work in research laboratories, ਪਰ ਲੋਕੀ ਪਸੰਦ ਕਰਦੇ ਹਨ ਕਿ ਤੁਹਾਨੂੰ ਰਿਸਰਚ ਲੈਬੋਰੇਟਰੀਜ਼ ਵਿੱਚ ਕੰਮ ਕਰਨਾ ਚਾਹੀਦਾ ਹੈ। I was a young girl from a small town ਹੁਬਲੀ, ਮੈਂ ਇੱਕ ਨੌਜਵਾਨ ਕੁੜੀ ਸੀ ਇੱਕ ਛੋਟੇ ਜਿਹੇ ਨਗਰ ਹੁਬਲੀ ਤੋਂ। my world had been a limited place, ਜਿੱਥੇ ਮੈਂ ਰਹਿੰਦੀ ਹਾਂ ਉਸ ਦੀ ਜਗ੍ਹਾ ਲਿਮਿਟਡ ਹੈ। ਦੂਜਾ ਭਾਵ ਇਹਦਾ ਇਹ ਵੀ ਹੈ ਕਿ ਮੈਂ ਜਿਹੜੀ ਜਗ੍ਹਾ ਰਹਿੰਦੀ ਹਾਂ, ਮੈਂ ਬਸ ਉੱਥੋਂ ਦੇ ਲੋਕਾਂ ਦੇ ਕਾਰ ਵਿਵਹਾਰ ਨਾਲ ਹੀ ਸੀਮਤ ਹਾਂ। I did not know the ways of large corporate houses and their difficulties. So ਮੈਨੂੰ ਇਹਨਾਂ ਉਦਯੋਗਿਕ ਪਰਿਵਾਰਾਂ ਦੇ ਤੌਰ ਤਰੀਕੇ ਅਤੇ ਉਹਨਾਂ ਦੀਆਂ ਮੁਸ਼ਕਲਾਂ ਬਾਰੇ ਕੁਝ ਨਹੀਂ ਪਤਾ ਸੀ। So I answered, ਇਸ ਕਰਕੇ ਮੈਂ ਜਵਾਬ ਦਿੱਤਾ, but you must start somewhere, ਪਰ ਤੁਹਾਨੂੰ ਕਿਤੇ ਨਾ ਕਿਤੇ ਤਾਂ ਸ਼ੁਰੂਆਤ ਕਰਨੀ ਪਏਗੀ। Otherwise no woman will ever be able to work in your factories. ਨਹੀਂ ਤਾਂ ਕੋਈ ਔਰਤ ਕਦੀ ਵੀ ਤੁਹਾਡੇ ਕਿਸੇ ਕਾਰਖਾਨੇ ਵਿੱਚ ਕੰਮ ਨਹੀਂ ਕਰ ਪਾਏਗੀ। Finally, after a long interview, ਅਖੀਰ एक लंबी इंटरव्यू तो बाद आई वॉज टोल्ड, मैनू दसिया गया, आई हैड बीन सक्सैसफुल, कि मैं कामयाब हो चुकी सी। सो दिस वॉज दैट द फ्यूचर हैड इन स्टोर फॉर मी। इस करके ये सब कुछ सी जो भविख ने मेरे वास्ते अपने कलावे विच भरिया होया सी। नैवर हैड आई थॉट आई वुड टेक अप अ जॉब इन पुणे, मैं कदे सोचा भी नहीं सी कि मैनू पुणे जॉब करनी पेगी। आई मैट अ शाय यंग मैन फ्रॉम कर्नाटका देयर, इत्थे मैं एक बहुत ही शर्मीले नौजवान जो कि कर्नाटका तो सी नू मिली। वी बिकेम गुड फ्रेंड्स एंड वी गॉट मैरिड, असी चंगे मित्र बन गए अते असी विआह करवा लिया। इट वॉज ओनली आफ्टर ज्वाइनिंग टेलको दैट आई रियलाइज्ड हु JRD वाज। JRD कौन सी, ये मैनू टेलको ज्वाइन करन तो बाद ही पता चलिया। द अनक्राउंड किंग ऑफ इंडियन इंडस्ट्री, ये इंडियन इंडस्ट्री दा बेताज बादशाह सी। नाउ आई वाज स्केयर्ड, हुण मैं डर गई सी। बट आई डिड नॉट गेट टू मीट हिम टिल आई वाज ट्रांसफर टू बॉम्बे, पर बॉम्बे विच मेरी बदली होण तो पहला मैनू उन्हां नाल मिलन दा मौका नहीं मिलिया सी। वन डे आई हैड टू शो सम रिपोर्ट्स, एक दिन मैनू कुछ रिपोर्ट्स दिखाणियां पैणियां
ਦਿੱਤੀਆਂ ਸਨ। ਕਿਹਨੂੰ? ਟੂ ਮਿਸਟਰ ਮੂਲਗਾਓਕਰ ਨੂੰ। ਉਹ ਕੌਣ ਸੀ? ਆਵਰ ਚੇਅਰਮੈਨ, ਜਿਹੜਾ ਸਾਡਾ ਚੇਅਰਮੈਨ ਸੀ, ਹੂ ਵੀ ਆਲ ਨਿਊ ਐਜ਼ SM, ਜਿਹਨੂੰ ਕਿ ਅਸੀਂ SM ਕਰਕੇ ਜਾਣਦੇ ਸੀ। I was in his office on the first floor of Bombay House। ਮੈਂ ਬੰਬੇ ਹਾਊਸ ਦੇ ਫਸਟ ਫਲੋਰ ਦੇ ਆਫਿਸ ਵਿੱਚ ਬੈਠੀ ਸੀ when, ਜਦੋਂ ਸਡਨਲੀ ਅਚਾਨਕ JRD walked in, ਕਿ JRD ਅੰਦਰ ਆਏ। That was the first time I saw Apro JRD. Apro means our in Gujarati. This was the affectionate term by which people at Bombay House called him. ਇਹ ਬੜੀ ਪਿਆਰ ਭਾਵਨਾ ਵਾਲਾ ਇੱਕ ਤਰੀਕਾ ਸੀ ਜਿਹਦੇ ਨਾਲ ਉਹ ਬੰਬੇ ਹਾਊਸ ਦੇ ਲੋਕ ਉਹਨਾਂ ਨੂੰ ਬੁਲਾਉਂਦੇ ਸੀ। I was feeling very nervous remembering my postcard episode। ਮੈਂ ਆਪਣੇ ਪੋਸਟਕਾਰਡ ਐਪੀਸੋਡ ਨੂੰ ਯਾਦ ਕਰਦੇ ਹੋਏ ਬੜਾ ਨਰਵਸ ਫੀਲ ਕਰ ਰਹੀ ਸੀ। SM introduced me nicely। SM यानी मिस्टर मूलगाओकर जो उन्होंने चेयरमैन सी। SM introduced me nicely। उन्होंने मैंने बहुत अच्छी तरह उन्होंने मिलवाया। J, that's what his close associates called him। उन्होंने दे करीबी उन्होंने J कह के बुलाते सी। This young woman is an engineer and that to a post graduate। ये नौजवान औरत एक इंजीनियर है अते पोस्ट ग्रेजुएट भी है। She is the first woman to work on the telco show floor। ये telco show floor विच काम करने वाली पहली औरत है। JRD looked at me। JRD ने मेरे वाल देखा। I was praying। मैं प्रार्थना कर रही सी। He would not ask me कि वो मेरे को नहीं पूछेंगे any question, कोई भी प्रश्न किधे बारे, about my interview, मेरी इंटरव्यू बारे। ब्रैकेट विच लिखा और द पोस्ट कार्ड दैट प्रीसीडेड इट, ਅਤੇ ਨਾ ਹੀ ਉਸ ਪੋਸਟ ਕਾਰਡ ਬਾਰੇ ਪੁੱਛਣਗੇ ਜੋ ਇਸ ਤੋਂ ਪਹਿਲਾਂ ਮੈਂ ਭੇਜਿਆ ਸੀ। Close to 50% of the students in today's engineering college are girls। ਅੱਜ ਦੇ ਇੰਜੀਨੀਅਰਿੰਗ ਕਾਲਜਸ ਵਿੱਚ ਲਗਭਗ 50% ਦੇ ਕਰੀਬ ਲੜਕੀਆਂ ਹਨ ਜੋ ਪੜ੍ਹ ਰਹੀਆਂ ਹਨ। ਐਂਡ देयर आर ਵੂਮਨ ਔਨ ਦਾ ਸ਼ੋ ਫਲੋਰ ਇਨ ਮੈਨੀ ਇੰਡਸਟਰੀ ਸੈਗਮੈਂਟਸ। ਅਤੇ ਉਦਯੋਗਿਕ ਖੰਡਾਂ ਵਿੱਚ ਕਈ ਸ਼ੋਪ ਫਲੋਰ ਤੇ ਹੁਣ ਵੂਮਨ ਕੰਮ ਕਰ ਰਹੀਆਂ ਹਨ। ਆਈ ਸੀ ਥੀਸ ਚੇਂਜਸ ਐਂਡ ਆਈ ਥਿੰਕ ਆਫ JRD। ਮੈਂ ਇਹ ਸਾਰੀਆਂ ਚੇਂਜਸ ਦੇਖਦੀ ਹਾਂ ਅਤੇ JRD ਬਾਰੇ ਸੋਚਦੀ ਹਾਂ। ਇਫ ਐਟ ਆਲ ਟਾਈਮ ਸਟਾਪਸ ਐਂਡ ਆਸਕਸ ਮੀ ਵਾਟ ਆਈ ਵਾਂਟ ਫਰੋਮ ਲਾਈਫ। ਜੇ ਸਮਾਂ ਕਿਤੇ ਰੁਕ ਕੇ ਮੈਨੂੰ ਪੁੱਛਦਾ ਹੈ ਕਿ ਉਹ ਹੁਣ ਜ਼ਿੰਦਗੀ 'ਚ ਕੀ ਚਾਹੁੰਦੀ ਹੈ, ਆਈ ਵੁੱਡ ਸੇ, ਤਾਂ ਮੈਂ ਕਹਾਂਗੀ ਆਈ ਵਿਸ਼, ਕਿ ਮੇਰੀ ਵਿਸ਼ ਹੈ JRD were alive today to see how the company he started has grown। ਕਿ ਉਹ ਦੇਖਦੇ ਕਿ ਕਿੱਦਾਂ ਉਹਨਾਂ ਨੇ ਜਿਹੜੀ ਕੰਪਨੀ ਸਟਾਰਟ ਕੀਤੀ ਉਹ ਹੁਣ ਕਿੰਨੀ ਗਰੋ ਕਰ ਚੁੱਕੀ ਹੈ। he would have enjoyed it wholeheartedly। ਤਾਂ ਇਸ ਨੂੰ ਪੂਰੀ ਖੁੱਲ੍ਹ ਦਿਲੀ ਦੇ ਨਾਲ ਇਸ ਦਾ ਆਨੰਦ ਮਾਣਦੇ।